ਤੁਸੀਂ ਸੁਣਨੀ ਪੂਰੀ ਗੱਲ। ਰਾਤੀ ਨਾ 11:30 ਵਜੇ ਨਾ ਕਿਤੇ ਬੰਦਾ ਇੱਕ ਉਹਨਾਂ ਦਾ ਨਾ ਕੋਨਾ ਵਾਲੀ ਨੁੱਕਰ ਨਹੀਂ ਉੱਥੇ ਪਹਿਲਾਂ ਲੁਕਿਆ ਸੀ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ ਤੁਹਾਡਾ? ਸਿਹਤ ਵੀ ਹੈ ਠੀਕ ਹੈ ਦੋਸਤੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਹਲਾ ਮੁੰਡਾ ਸ਼ਹਜ਼ਾਦ ਬਾਈ, ਉਹਨਾਂ ਤੇ ਬੜੇ ਮਸਲੇ ਚੱਲ ਰਹੇ ਨੇ। ਉਹਨਾਂ ਦੇ ਵਾਲਦ ਸਾਹਿਬ ਨੂੰ ਅਗਵਾ ਕਰ ਲਿਆ ਗਿਆ ਤੇ ਅੱਜ ਚੌਥਾ ਪੰਜਵਾਂ ਦਿਨ ਹਜੇ ਤੱਕ ਕੋਈ ਪਤਾ ਨਹੀਂ ਲੱਗਾ। ਤੁਹਾਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਦੇਖੀਆਂ ਹੋਣੀਆਂ ਸ਼ਹਜ਼ਾਦ ਬਾਈ ਦੀਆਂ ਵੀਡੀਓ। ਉਹ ਬਾਹਰ ਉੱਥੋਂ ਆਪਣੇ ਉਮਰੇ ਦਾ ਪੀਰੀਅਡ ਜਿਹੜਾ ਉਹਨੂੰ ਉਹਨਾਂ ਨੇ ਘਟਾ ਕੇ ਤੇ ਫੌਰਨ ਵਾਪਸ ਆ ਗਏ ਨੇ ਦੋਵੇਂ ਭਾਈ, ਤੇ ਹਜੇ ਘਰ ਨਹੀਂ ਪਹੁੰਚੇ। ਤੇ ਬਾਕੀ ਆ ਜਿਹੜੇ ਮਾਮਲਾ ਚੱਲ ਰਹੇ ਨੇ ਪੁਲਿਸ ਸਟੇਸ਼ਨ ਅੱਗੇ ਪਿੱਛੇ, ਬਹੁਤ ਸਾਰੇ ਮਾਮਲਾ ਤਾਂ ਆਪਣੇ ਵਾਲਦ ਸਾਹਿਬ ਨੂੰ ਲੱਭਣ ਦੇ ਵਿੱਚ ਨਾ ਉਹ ਜਾਣ ਡੇ ਨੇ, ਕਦੀ ਕਿਸੇ ਨੂੰ ਮਿਲਦੇ ਪਏ ਨੇ, ਕਦੀ ਕਿਸੇ ਨੂੰ ਹਜੇ ਤੱਕ ਘਰ ਨਹੀਂ ਪਹੁੰਚੇ। ਤੇ ਦੋਸਤੋ ਰਾਤੀ ਫਿਰ ਇੱਕ ਵਾਕਿਆ ਹੋ ਗਿਆ ਹੈ ਇਸ ਤਰ੍ਹਾਂ ਦਾ ਹੀ, ਤੇ ਤੁਹਾਡੇ ਸਾਰੇ ਦੋਸਤਾਂ ਅੱਗੇ ਅਪੀਲ ਹੈ ਕਿ ਇਸ ਮਾਮਲੇ ਨੂੰ ਜਿੰਨਾ ਕੁ ਹਾਈਲਾਈਟ ਕਰ ਸਕਦੇ ਹੋ ਉਹਨਾਂ ਹਾਈਲਾਈਟ ਕਰੋ, ਤਾਂ ਕਿ ਜਿਹੜੇ ਸਾਡੇ ਮੁਲਕ ਦੇ ਬਰਸਰੀ ਇਕਤਦਾਰ ਲੋਕ ਨੇ ਉਹਨਾਂ ਤੱਕ ਖਬਰ ਪਹੁੰਚੇ ਤੇ ਉਹ ਇਹਦੇ ਉੱਤੇ ਅੱਛੀ ਤਰ੍ਹਾਂ ਐਕਸ਼ਨ ਲੈਣ। ਵੈਸੇ ਤਾਂ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ, ਬਹੁਤ ਸਾਰੀਆਂ ਗੱਡੀਆਂ, ਬਹੁਤ ਸਾਰੇ ਜਿਹੜੇ ਅਵਾਮੀ ਨੁਮਾਇੰਦੇ ਨੇ, ਸਿਆਸੀ ਨੁਮਾਇੰਦੇ ਨੇ, ਉਹ ਉਹਨਾਂ ਦੇ ਘਰ ਆ ਰਹੇ ਨੇ। 30-30 40-40 ਗੱਡੀਆਂ ਦਿਨੇ ਚੱਕਰ ਲਗਾ ਰਹੀਆਂ। ਲੇਕਿਨ ਕੀ ਹੋਇਆ ਕਿ ਰਾਤ ਦਾ ਟਾਈਮ ਸੀ, ਅੱਜ ਰਾਤ ਦੀ ਗੱਲ ਹੈ। ਮੈਂ ਰਾਤੀ ਪੋਸਟ ਵੀ ਲਗਾਈ ਸੀ, ਬਹੁਤ ਸਾਰੇ ਦੋਸਤਾਂ ਨੇ ਉੱਤੇ ਕਮੈਂਟ ਕਰਕੇ ਪੁੱਛਿਆ ਵੀ ਹੈ। ਮੈਂ ਕਿਹਾ ਜ਼ਰਾ ਵੀਡੀਓ ਬਣਾ ਕੇ ਨਾ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਰਾਤੀ ਜਨਾਬ ਫਿਰ ਡਕੈਤ ਪਏ ਨੇ, ਤੇ ਡਕੈਤ ਉਹ ਲੱਗਦਾ ਕੋਈ ਗੈਂਗ ਹੈ ਤੇ ਬੜਾ ਹੀ ਮੁਨਜ਼ਮ ਗੈਂਗ ਹੈ ਜਿਹੜਾ ਕਿ ਇਹ ਕੰਮ ਕਰ ਰਿਹਾ, ਤੇ ਉਹ ਪਿੱਛੇ ਇਹਨਾਂ ਦੀ ਜਾਨ ਨਹੀਂ ਛੱਡ ਰਿਹਾ। ਰਾਤੀ ਫਿਰ ਇਹੋ ਹੀ ਮਸਲਾ ਬਣਿਆ। ਰਾਤੀ 12-1 ਵਜੇ ਦੀ ਗੱਲ ਹੈ ਕਿ ਮੇਰੇ ਕਜ਼ਨ ਦੀ ਕਾਲ ਆਈ ਕਿ ਇਸ ਤਰ੍ਹਾਂ ਨਾਲ ਫਿਰ ਕੰਮ ਖਰਾਬ ਹੋ ਗਿਆ, ਡਕੈਤ ਜਿਹੜੇ ਨੇ ਫਿਰ ਆ ਗਏ ਨੇ। ਤੁਹਾਨੂੰ ਪਤਾ ਬਹੁਤ ਸਾਰੇ ਲੋਕ ਮਿਲਣ ਵਾਲੇ ਆਉਂਦੇ ਨੇ, ਸਿਆਸੀ ਲੋਕ ਨੇ, ਪੁਲਿਸ ਵਾਲੇ, ਉਹ ਆਪਣੀ ਇਨਕੁਆਇਰੀ ਕਰਕੇ ਤੇ ਚਲੇ ਜਾਂਦੇ ਨੇ। ਤੇ ਰਾਤ ਨੂੰ ਫਿਰ ਉੱਥੇ ਕੋਈ ਜ਼ਰੂਰਤ ਵੀ ਨਹੀਂ ਹੁੰਦੀ, ਰਾਤ ਨੂੰ ਕਿਹੜਾ ਇਨਕੁਆਇਰੀ ਹੋਣੀ ਹੁੰਦੀ। ਤੇ ਇਸ ਵਜ੍ਹਾ ਤੋਂ ਰਿਜ਼ਵਾਨ ਸੀ ਘਰ ਤੇ ਬਾਕੀ ਉਹਦੀ ਫੈਮਿਲੀ ਸੀ। ਤੇ ਰਿਜ਼ਵਾਨ ਰਾਤੀ ਬਾਹਰ ਨਿਕਲਿਆ ਤੇ ਉਹਨੇ ਵੇਖਿਆ ਕਿ ਜਿਹੜੇ ਕੋਨੋ ਦੇ ਪੌਦੇ ਲੱਗੇ ਹੋਏ ਨਾ ਉਹਨਾਂ ਦੇ ਵਿੱਚ ਕੋਈ ਬੰਦਾ ਛੁਪਿਆ ਹੋਇਆ। ਉਹਦੇ ਕੋਲ ਪਿਸਟਲ ਵੀ ਹੈਗਾ ਬਕਾਇਦਾ। ਤੇ ਐਡੇ ਦੀਦਾ ਦਲੇਰੀ ਨਾਲ ਦੇਖੋ ਕਿ ਇੰਨੀ ਪੁਲਿਸ ਆ ਰਹੀ ਹੈ, ਇੰਨਾ ਮਾਮਲਾ ਹਾਈਲਾਈਟ ਹੋ ਚੁੱਕਿਆ। ਇਸ ਦੇ ਬਾਵਜੂਦ ਗੈਂਗ ਜਿਹੜੇ ਨੇ ਉਹ ਹਜੇ ਪਿੱਛੇ ਨਹੀਂ ਹਟ ਰਹੇ। ਪਤਾ ਨਹੀਂ ਉਹਨਾਂ ਦਾ ਕੀ ਮਕਸਦ ਹੈ, ਕੀ ਕਹਿਣਾ ਚਾਹੁੰਦੇ ਨੇ। ਮੈਨੂੰ ਜਿੱਥੇ ਤੱਕ ਲੱਗਦਾ ਕਿ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਮਲਕ ਰਿਜ਼ਵਾਨ ਨੂੰ, ਕਿ ਜਿਹੜਾ ਇਹ ਮਾਮਲਾ ਨਾ ਇਹ ਹੋਰ ਪਾਸੇ ਚਲੇ ਜਾਏ। ਤੇ ਚਾਚੇ ਸਾਦਕ ਜਿਹੜਾ ਹਜੇ ਤੱਕ ਘਰ ਨਹੀਂ ਆਇਆ, ਤੇ ਮੇਰੇ ਦੋਸਤਾਂ ਅੱਗੇ ਹੱਥ ਜੋੜ ਕੇ ਅਪੀਲ ਹੈ ਜਿੰਨਾ ਕੁ ਹੋ ਸਕਦਾ ਇਸ ਮਾਮਲੇ ਨੂੰ ਹਾਈਲਾਈਟ ਕਰੋ। ਤੁਹਾਡੇ ਸਾਰੇ ਭਰਾਵਾਂ ਦੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਜਿੰਨੀ ਕੋਸ਼ਿਸ਼ ਤੁਸੀਂ ਕਰ ਸਕਦੇ ਹੋ ਆਪਣੀ ਕਰੋ। ਸੋਸ਼ਲ ਮੀਡੀਆ ਤੇ ਆਵਾਜ਼ ਉਠਾਓ, ਮਰੀਮ ਨਵਾਜ਼ ਨੂੰ ਟੈਗ ਕਰੋ, ਟਵਿੱਟਰ ਤੇ ਟੈਗ ਕਰੋ, ਇੰਸਟਾਗ੍ਰਾਮ ਤੇ ਟੈਗ ਕਰੋ, ਜਿਹੜਾ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਉਹਨੂੰ ਯੂਜ਼ ਕਰੋ ਤੇ ਆਵਾਜ਼ ਉਠਾਓ। ਤੇ ਮੈਂ ਨਾ ਤੁਹਾਨੂੰ ਇੱਕ ਪੂਰੀ ਡਿਟੇਲ ਜਿਹੜੀ ਹੈ ਮੇਰੇ ਕਜ਼ਨ ਦੇ ਨਾਲ ਸੁਬਾਹ ਗੱਲ ਹੋਈ ਹੈ, ਉਹਨੇ ਮੈਨੂੰ WhatsApp ਤੇ ਮੈਸੇਜ ਕੀਤਾ, ਉਹ ਮੈਂ ਤੁਹਾਨੂੰ ਸੁਣਾਉਣਾ ਤੇ ਤੁਸੀਂ ਸੁਣੋ ਤੇ ਦੇਖਿਓ ਕਿ ਕਿੱਡਾ ਮਾਮਲਾ ਖਤਰਨਾਕ ਹੈ। ਤੁਸੀਂ ਸੁਣਨੀ ਪੂਰੀ ਗੱਲ। ਰਾਤੀ ਨਾ 11:30 ਵਜੇ ਨਾ ਕਿਤੇ ਬੰਦਾ ਇੱਕ ਉਹਨਾਂ ਦਾ ਨਾ ਕੋਨਾ ਵਾਲੀ ਨੁੱਕਰ ਨਹੀਂ ਉੱਥੇ ਪਹਿਲਾਂ ਲੁਕਿਆ ਸੀ। ਤੇ ਰਾਤੀ 11:30 ਵਜੇ ਰਿਜ਼ਵਾਨੀ ਤੇ ਇੱਕ ਮੁੰਡਾ ਹੋਰ ਸੀ, ਉਹਨਾਂ ਦਾ ਕਜ਼ਨ ਹੀ ਪਰਿਓ ਮਲਾਣਿਆ ਦਾ। ਕੋਨਾ ਯਾਨੀ ਕਿ ਉਹਨਾਂ ਦੇ ਜਿਹੜੇ ਪੌਦੇ ਲੱਗੇ ਨਾ ਕੋਨੋ ਦੇ, ਉਹਨਾਂ ਦੀ ਗੱਲ ਕਰ ਰਿਹਾ। ਉਹ ਕੋਨਾ ਵਾਲੀ ਨੁੱਕਰ ਉਹਨਾਂ ਦੀ ਗੱਲ ਕਰ ਰਿਹਾ। ਉਹ ਬਾਹਰ ਨਿਕਲੇ ਤੇ ਕੋਈ ਗੱਲਾਂ ਗੁੱਲਾਂ ਕਰਨ ਦੇ, ਤੇ ਉਹ ਮੁੰਡਾ ਨਾ ਕੋਨਾ ਤੋਂ ਉੱਠ ਕੇ ਥੋੜਾ ਜਿਹਾ ਪਰੇ ਹੋ ਕੇ ਖਲੋਤਾ। ਉਹ ਰਿਜ਼ਵਾਨੀ ਨੂੰ ਆਖਣ ਲੱਗਾ, ਦੂਸਰਾ ਮੁੰਡਾ ਫਰੂਕ ਆ। ਉਹਨੇ ਆਖਿਆ ਫਰੂਕ ਕਿਤੇ ਗੱਲ ਸੁਣ। ਉਹ ਥੋੜਾ ਜਿਹਾ ਪਿਛਾਂਹ ਭੱਜ ਹਟਿਆ, ਪਿੱਛੇ ਹਟ ਕੇ ਨਾ ਥੋੜਾ ਜਿਹਾ ਰਿਜ਼ਵਾਨੀ ਵੀ ਉਹਦੇ ਮਗਰ ਭੱਜਿਆ। ਥੋੜਾ ਭੱਜ ਕੇ ਰਿਜ਼ਵਾਨੀ ਦੀ ਅਗਲੀ ਸਾਈਡ ਤੋਂ ਨਾ ਟਿੱਪੀ ਜੀ ਆ ਗਈ ਸੀ, ਰਿਜ਼ਵਾਨੀ ਉੱਤੋਂ ਦੀ ਵਲ ਕੇ ਆਉਣ ਲੱਗਾ ਨਾ, ਤੇ ਉਹ ਮੁੰਡਾ ਉੱਥੇ ਖਲੋ ਗਿਆ। ਉਹਦੇ ਕੋਲ ਪਿਸਟਲ ਸੀ, ਉਹਨੇ ਨਾ ਫੈਰ ਮਾਰਿਆ ਰਿਜ਼ਵਾਨੀ ਨੂੰ। ਰਿਜ਼ਵਾਨੀ ਭੱਜਦਾ ਆਉਣ ਡਿਆ ਸੀ ਤੇ ਅੱਗੇ ਖਾਲ 'ਚ ਡਿੱਗ ਪਿਆ। ਰਿਜ਼ਵਾਨੀ ਦੇ ਉੱਤੋਂ ਦੀ ਕਿਤੋਂ ਦੀ ਲੰਘ ਗਿਆ, ਬੂਟਿਆਂ ਨੂੰ ਛੂ ਕੇ ਨਾ ਫੈਰ। ਤੇ ਰਿਜ਼ਵਾਨੀ ਦੇ ਕੋਲ ਸੀ, ਪਿੱਛੇ ਰਿਜ਼ਵਾਨੀ ਭੱਜਾ, ਉਹਨੇ ਵੀ ਪਿੱਛੇ 3-4 ਫੈਰ ਮਾਰੇ ਉਹਦੇ, ਪਰ ਕੋਈ ਨਹੀਂ ਬਚਾ। ਸਮੇਂ ਲੱਗੀ ਉਹਨੇ ਰੌਲਾ ਪਾਤਾ ਕਿ ਚੋਰ ਚੋਰ। ਹਰ ਬੰਦੇ ਕੋਲ ਤੁਹਾਨੂੰ ਪਤਾ ਅਸਲਾ ਹੈ, ਉਹ ਹਰ ਬੰਦਾ ਲੈ ਕੇ ਬਾਹਰ ਆ ਗਿਆ। ਤੇ ਜਨਾਬ ਇੱਧਰੋਂ ਇੱਧਰੋਂ ਆਵਾਜ਼ਾਂ ਆ ਰਹੀਆਂ, ਕਿਤੇ ਇੱਧਰੋਂ ਆ ਰਹੀਆਂ। 1:30 ਦਾ ਟਾਈਮ ਹੋ ਗਿਆ। ਉੱਥੇ ਬਾਗ ਦੇ ਵਿੱਚ ਕਿਤੇ ਉਹ 55 ਵਾਲਾ ਪੁਲ ਤੱਕ ਚਲੇ ਗਏ, ਬੰਦੇ ਨੂੰ ਲੱਭਦੇ ਪਰ ਕੋਈ ਨਹੀਂ। ਇੱਧਰੋਂ ਨਾ ਡੇਰੇ ਵਾਘਿਆਂ ਵਾਲੀ ਸਾਈਡ ਨੇ ਡੇਰੇ, ਇੱਧਰੋਂ ਇੱਕ ਮੋਟਰਸਾਈਕਲ ਏਡੀ ਸਪੀਡ ਨਾਲ ਗਿਆ ਨਾ ਰਾਤੀ ਤਕਰੀਬਨ 1 ਵਜੇ ਨਾਲ, ਐਵੇਂ ਲੱਗਦਾ ਸੀ ਜਿਵੇਂ ਨਾ ਮੋਟਰਸਾਈਕਲ ਹਵਾ 'ਚ ਜਾ ਰਿਹਾ। ਉਹ ਬੰਦਾ ਨਾ 2 ਜਣੇ ਸੀ, ਇੱਕ ਬੰਦਾ ਆਇਆ ਸੀ ਅੱਗੇ, ਉਹ ਮੈਨੂੰ ਲੱਗਦਾ ਉਹਦਾ ਟਾਰਗੇਟ ਜਿਹੜਾ ਸੀ ਨਾ ਉਹ ਰਿਜ਼ਵਾਨੀ ਸੀ। ਰਿਜ਼ਵਾਨੀ ਨੂੰ ਮਾਰਨ ਆਇਆ ਸੀ, ਲੇਕਿਨ ਉਹ ਜਿਹਦਾ ਦਾਣਾ ਪਾਣੀ ਵਧਿਆ ਹੋਵੇ
ਤੇ ਇਸ ਕਰਕੇ ਉਹਨਾਂ ਰਾਤੀ 2 ਬੰਦੇ ਸੀ, ਇੱਕ ਮੋਟਰਸਾਈਕਲ ਉਹ ਕਿਤੇ ਪਰੇ ਦੂਰ ਬਾਵਾ ਖਲਾ ਰਿਹਾ ਸੀ ਉਹਨੇ, ਤੇ ਇੱਕ ਇੱਥੇ ਪਿੰਡ ਆਇਆ ਸੀ, ਤੇ ਪਿੰਡ ਇਹ ਨਹੀਂ ਸੀ ਪਤਾ ਉਹ ਕਿਦੋਂ ਦਾ ਆਇਆ। ਬੜੀ ਦੇਰ ਉੱਥੇ ਨਾ ਉਹਨਾਂ ਦੇ ਪਿੱਛੇ ਲੁਕਿਆ ਰਿਹਾ, ਉੱਥੇ ਬੜੀ ਦੇਰ ਬੈਠੇ ਤੇ ਪੈੜੇ ਲੱਗੇ ਸੜਕ, ਪਤਾ ਨਹੀਂ ਕਿੰਨੀ ਦੇਰ ਬੈਠਾ ਰਿਹਾ, ਤੇ ਉਹਦੇ ਕੋਲ ਅਸਲਾ ਵੀ ਸੀ। ਚਲੋ ਗੱਲ ਤੁਸੀਂ ਸੁਣ ਲਈ ਨਾ ਦੋਸਤੋ। ਇੰਨਾ ਮਾਮਲਾ ਹਾਈਲਾਈਟ ਹੋਣ ਦੇ ਬਾਵਜੂਦ ਤੁਸੀਂ ਦੇਖ ਲਓ ਕਿ ਹਜੇ ਤੱਕ ਜਿਹੜਾ ਨਾ ਉਹ ਲੋਕ ਪਿੱਛੇ ਨਹੀਂ ਹਟ ਰਹੇ। ਉਹ ਉਹਨਾਂ ਦਾ ਪਤਾ ਨਹੀਂ ਕੀ ਮਕਸਦ ਹੈ, ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹ ਰਹੇ ਨੇ। ਤੇ ਤੁਸੀਂ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਹਰ ਉਸ ਪਲੇਟਫਾਰਮ ਤੇ ਸ਼ੇਅਰ ਕਰੋ ਜਿਹੜਾ ਤੁਸੀਂ ਯੂਜ਼ ਕਰਦੇ ਹੋ। ਸੋਸ਼ਲ ਮੀਡੀਆ ਦਾ ਦੌਰ ਹੈ, ਜਦੋਂ ਤੁਸੀਂ ਆਵਾਜ਼ ਉਠਾਣੀ ਹੈ ਤੇ ਅਵਾਨੇ ਇਕਤਦਾਰ ਤੱਕ ਆਵਾਜ਼ ਜਾਂਦੀ ਹੈ। ਤੇ ਤੁਹਾਨੂੰ ਪਤਾ ਹੈ ਕਿ ਬੜੀ ਮਿਹਨਤ ਕਰਕੇ ਸਾਡਾ ਭਰਾ ਅੱਗੇ ਆਇਆ। ਸਾਨੂੰ ਪਤਾ ਨਾ, ਅਸੀਂ ਖੁਦ ਉਹਨਾਂ ਨੂੰ ਜਾਣਦੇ ਹਾਂ। ਛੋਟੇ ਛੋਟੇ ਹੁੰਦੇ ਸੀ, ਗੁਰਬਤ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਕੱਢੀ ਹੈ ਤੇ ਕਿੰਨੀ ਮਿਹਨਤ ਕਰਕੇ। ਬਹੁਤ ਸਾਰੇ ਲੋਕ ਕ੍ਰਿਟੀਸਾਈਜ਼ ਕਰਦੇ ਨੇ, ਲੇਕਿਨ ਵੇਖੋ ਯਾਰ ਕਿੰਨੀ ਮਿਹਨਤ ਕਰਕੇ ਉਹਨੇ ਆਪਣੇ ਆਪ ਨੂੰ, ਆਪਣੇ ਘਰ ਨੂੰ ਕਿੱਥੇ ਪਹੁੰਚਾਇਆ। ਤੇ ਇਹ ਸਾਡਾ ਫਰਜ਼ ਬਣਦਾ ਕਿ ਸਾਡੇ ਜਿਹੜਾ ਇਲਾਕਾ ਹੈ, ਜਿਹੜਾ ਸਾਡੀ ਪਹਿਚਾਣ ਸਾਡੇ ਇਲਾਕੇ ਦੀ ਬਣੀ, ਇਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕ ਚੌਕ ਮੁੰਡੇ ਨੂੰ ਨਹੀਂ ਜਾਣਦੇ, ਸਿਰਫ ਇਸ ਤੋਂ ਜਾਣਦੇ ਨੇ ਕਿ ਵਿਹਲੇ ਮੁੰਡੇ ਦਾ ਸ਼ਹਿਰ ਹੈ। ਉਹ ਇਸ ਵਜ੍ਹਾ ਤੋਂ ਚੌਕ ਮੁੰਡੇ ਦਾ ਨਾਂ ਜਿਹੜਾ ਨਾ ਮਸ਼ਹੂਰ ਹੈ। ਮੈਂ ਬਹੁਤ ਸਾਰੇ ਲੋਕਾਂ ਕੋਲੋਂ ਸਿਰਫ ਇਸ ਤੋਂ ਵਿਹਲੇ ਮੁੰਡੇ ਦਾ ਉਹਨਾਂ ਨੂੰ ਪਤਾ ਹੈ, ਲੇਕਿਨ ਚੌਕ ਮੁੰਡੇ ਦਾ ਨਹੀਂ ਪਤਾ। ਇੰਨਾ ਕੁ ਮਸ਼ਹੂਰ ਹਸਤੀ ਹੈ ਤੇ ਇਹ ਸਾਡਾ ਸਰਮਾਇਆ ਹੈ। ਤੁਸੀਂ ਵੀ ਇਹਦੀ ਹਿਫਾਜ਼ਤ ਕਰੋ, ਅਸੀਂ ਵੀ ਜਿੰਨੀ ਕੁ ਹੋ ਸਕਦਾ ਆਵਾਜ਼ ਉਠਾਉਂਦੇ ਹਾਂ। ਸਭ ਭਰਾਵਾਂ ਅੱਗੇ ਇਹੀ ਮੇਰੀ ਇਲਤਮਾਸ ਹੈ ਕਿ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰੋ।